गुड मॉर्निंग स्टूडेंट्स। लास्ट टाइम आपने किया सीगा टैक्सोनॉमिकल कैटेगरीज। आई थिंक सारे बच्चों ਨੂੰ ਇਹ ਕਲੀਅਰ ਹੋ ਗਿਆ ਹੋਣਾ ਕੰਸੈਪਟ ਟੈਕਸੋਨੋਮਿਕਲ ਕੈਟਾਗਰੀਜ਼ ਦਾ। ਉਸ ਤੋਂ ਬਾਅਦ ਆਪਾਂ ਨੇ ਟੈਕਸੋਨੋਮਿਕਲ ਕੈਟਾਗਰੀਜ਼ ਦੇ ਬੱਚੇ ਸਪੀਸ਼ੀਜ਼, ਜੀਨਸ, ਫੈਮਿਲੀ, ਇਹ ਬੱਚੇ ਤੁਸੀਂ ਯਾਦ ਜ਼ਰੂਰ ਕਰਨਾ। ਮੈਂ ਪੇਪਰ ਦੇ ਵਿੱਚ ਪਾਇਆ ਵੀ ਹੈ ਸਪੀਸ਼ੀਜ਼ ਕੀ ਹੁੰਦੀ ਹੈ, ਜੀਨਸ ਕੀ ਹੁੰਦਾ, ਫੈਮਿਲੀ ਕੀ ਹੁੰਦੀ ਹੈ। ਯੂ ਹੈਵ ਟੂ ਨੋ ਅਬਾਊਟ ਇਟ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦੀਆਂ ਸਾਰੀ ਚੀਜ਼ਾਂ। ऑर्डर, क्लास, फाइलम, पिंडम, ये आपने ऑलरेडी कर चुके। ठीक है, ये आप फिनिश कर चुके अपना कंसैप्ट। अज आप पढ़ना टैक्सोनॉमिकल एड्स। बच्चे टैक्सोनॉमिकल एड्स का की मतलब होंदा है कि मतलब जिवें तुसी लाइब्रेरी दे विच जाते हो है ना, तो लाइब्रेरी दे विच जाके तुसी देखते हो कि अगर कोई बुक फाइंड आउट करनी है तुसी एक रजिस्टर चकोगे। तुसी उस रजिस्टर दे विच देखोगे कि साइंस डिपार्टमेंट की बुक किस सैक्शन च पई है ना। तुसी देखोगे कि आर्ट्स डिपार्टमेंट की बुक किस सैक्शन च पई है, तो वो रिकॉर्ड होगा। वो तुहानू हैल्प करूगा बुक दे द्वारा लेके जाने। इसी तरह टैक्सोनॉमिकल टैक्सोनॉमी जी एड्स होंदियां ने, ਇਹਦਾ मतलब ही यही होंदा है। ਇਹਦਾ मतलब होंदा है कि ਤੁਹਾਨੂੰ ਕਿਵੇਂ ਹੈਲਪ ਮਿਲੇਗੀ ਕਿਸੇ ਕਲਾਸੀਫਿਕੇਸ਼ਨ ਕਰਨ ਦੇ ਲਈ। ਹਾਂ, ਕਿ ਤੁਹਾਨੂੰ ਕਿਵੇਂ ਹੈਲਪ ਮਿਲੇਗੀ ਕਿ ਤੁਸੀਂ ਕਿਵੇਂ ਕਲਾਸੀਫਾਈ ਕਰ ਸਕਦੇ ਹੋ ਆਰਗੈਨਿਜ਼ਮਸ ਨੂੰ, ਤੁਸੀਂ ਕਿਵੇਂ ਕਲਾਸੀਫਾਈ ਕਰ ਸਕਦੇ ਹੋ। ਠੀਕ ਹੈ, ਤਾਂ ਉਹ ਇਹ ਬੇਸਿਕ ਕੰਸੈਪਟ ਹੈ। ਹੁਣ ਜਿਹੜੇ ਟੈਕਸੋਨੋਮਿਕਲ ਏਡਸ ਦੇ ਅੰਦਰ ਕੀ ਹੁੰਦਾ ਗਾ, ਇਹਦੇ ਵਿੱਚ ਸਾਰੇ ਪ੍ਰੋਸੀਜਰ, ਸਾਰੇ ਟੈਕਨੀਕਸ ਇਨਵੋਲਵਡ ਹੁੰਦੇ ਨੇ ਕਿ ਡਿਊ ਟੂ ਵਿਚ ਵੀ ਕੈਨ ਕਲਾਸੀਫਾਈਡ ਐਂਡ ਆਰਗੇਨਾਈਜ਼ ਔਰ ਆਈਡੈਂਟੀਫਾਈ एनिमल्स। ठीक है, जो मैं लाइना बोलती है ना समटाइम्स ਉਹਦੇ ਉੱਤੇ भी फोकस करिया करो। मे बी वो ਤੁਹਾਡੀ ਡੈਫੀਨੇਸ਼ਨਸ ਹੋਣ। क्लीयर है। उस तो बाद हरबेरीयम की होंदा। हरबेरीयम वॉट इज़ हरबेरीयम। हुण जिवें मैं तुहानूं एक एग्जाम्पल दित्ती सी लाइब्रेरी की। ठीक है, लाइब्रेरी की एग्जाम्पल दित्ती है ना। हुण लाइब्रेरी दे विच की हुंदा, कंसैप्ट की हुंदा हैगा, नवीआं बुक्स आंदियां। ठीक है, मैं चलो ये कंसैप्ट अगली वीडियो दे विच समझांदी। हरबेरीयम ਦੇ ਵਿੱਚ ਕੀ ਕਰਦੇ ਹੋ ਤੁਸੀਂ ਬੱਚੇ, ਜਿਵੇਂ ਤੁਸੀਂ ਕੋਈ ਲਾਇਬ੍ਰੇਰੀ ਦੇਖੀ ਹੁੰਦੀ ਹੈ ਨਾ ਆਪਣੀ, ਤਾਂ ਲਾਇਬ੍ਰੇਰੀ ਦੇ ਵਿੱਚ ਕੀ ਹੁੰਦੇ, ਨਵੀਆਂ ਬੁੱਕਸ ਆਉਂਦੀਆਂ। ਜਦੋਂ ਲਾਇਬ੍ਰੇਰੀ ਦੇ ਵਿੱਚ ਨਵੀਆਂ ਬੁੱਕਸ ਆਉਂਦੀਆਂ ਨੇ ਤਾਂ ਉਸ ਬੁੱਕਸ ਦੇ ਉੱਤੇ ਇੱਕ ਪਰਟੀਕੂਲਰ ਸਟੈਂਪ ਲਗਾਉਂਦੇ ਹੋ, ਉਸ ਦਾ ਇੱਕ ਨੰਬਰਿੰਗ ਕਰ ਦਿੰਦੇ ਹੋ ਕਿ ਇਹ ਬੁੱਕ ਇੰਨੇ ਨੰਬਰ ਦੀ ਬੁੱਕ ਹੈ। ਠੀਕ ਹੈ, ਫਿਰ ਤੁਸੀਂ ਉਸ ਨੂੰ ਇੱਕ ਪਰਟੀਕੂਲਰ ਸੈਕਸ਼ਨ ਦੇ ਵਿੱਚ ਰੱਖਦੇ ਹੋ ਕਿ ਜਿਹੜੀ ਸਾਇੰਸ ਦੀ ਬੁੱਕ ਸਾਇੰਸ ਦੇ ਸੈਕਸ਼ਨ 'ਚ, ਇਕਨੋਮਿਕਸ ਦੀ, ਬਾਇਓ ਦੀ, ਮੈਥ ਦੀ। ਠੀਕ ਹੈ, ਹੁਣ ਜਦੋਂ ਕੋਈ ਬੱਚਾ ਇਸ਼ੂ ਕਰਾਉਂਦਾ ਤਾਂ ਉਹ ਕੀ ਕਰਦਾ, ਸਭ ਤੋਂ ਪਹਿਲਾਂ ਰਜਿਸਟਰ ਉਠਾਉਂਦਾ ਹੈ, ਉੱਥੇ ਇੱਕ ਨੰਬਰ ਦੇਖਦਾ ਹੈ, ਫਿਰ ਉੱਥੇ ਦੇਖਦਾ ਕਿ ਕਿਹੜੀ ਨੰਬਰ ਅਲਮਾਰੀ 'ਚ ਪਿਆ ਹੈਗਾ, ਕਿਹੜੀ ਨੰਬਰ ਅਲਮੀਰਾ 'ਚ ਪਿਆ, ਕਿਹੜੀ ਨੰਬਰ ਸੈਕਸ਼ਨ 'ਚ ਪਿਆ। ਫਿਰ ਜਾ ਕੇ ਤੁਸੀਂ ਈਜ਼ੀ ਹੋ ਜਾਂਦਾ ਨਾ ਤੁਹਾਨੂੰ ਬੁੱਕ ਨਿਕਾਲਣਾ। ਤਾਂ ਬੱਚੇ ਉਹੀ ਕੰਸੈਪਟ ਹਰਬੇਰੀਅਮ ਦਾ ਹੈ। ਹਰਬੇਰੀਅਮ ਦੇ ਵਿੱਚ ਕੀ ਹੁੰਦਾ, ਹਰਬੇਰੀਅਮ ਨੂੰ ਕਹਿੰਦੇ ਕਿ ਇਟ ਇਜ਼ ਅ ਸਟੋਰ ਹਾਊਸ ਆਫ ਦ ਕਲੈਕਟਡ ਪਲਾਂਟ ਸਪੀਸ਼ੀਜ਼। ਮਤਲਬ ਇਹਦੇ ਵਿੱਚ ਨਾ ਪਲਾਂਟ ਸਪੀਸ਼ੀਜ਼ ਰੱਖੇ ਗਏ ਨੇ, ਜਿਹੜੇ ਪੌਦੇ। ਇਹਦੇ ਵਿੱਚ ਪਤਾ ਕੀ ਕਰਦੇ, ਸਾਇੰਟਿਸਟ ਕੀ ਕਰਦੇ, ਕਿਸੇ ਫੀਲਡ 'ਚ ਜਾਂਦੇ ਆ। ਠੀਕ ਹੈ, ਕੋਈ ਵੀ ਜਗ੍ਹਾ ਦੇ ਵਿੱਚ ਚਲੇ ਗਏ, ਫੀਲਡ 'ਚ ਜਾਂਦੇ ਨੇ, ਉੱਥੇ ਜਿਸ ਤਰ੍ਹਾਂ ਦੇ ਉਹਨਾਂ ਨੂੰ ਪੇੜ ਪੌਦੇ ਮਿਲਦੇ ਆ, ਉਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਪੱਤੇ ਹੈ, ਪਲਾਂਟਸ ਹੈ, ਉਸ ਨੂੰ ਉਠਾ ਲੈਂਦੇ। ਚਾਹੇ ਉਹ ਟਹਿਣੀਆਂ ਨੇ, ਚਾਹੇ ਉਹ ਪੱਤੇ, ਚਾਹੇ ਕੁਛ ਵੀ ਹੈ, ਚਾਹੇ ਸਟੈਮ ਹੈ, ਉਸ ਨੂੰ ਉਠਾ ਕੇ ਫਿਰ ਉਸ ਨੂੰ ਕੀ ਕਰਦੇ, ਡਰਾਈ ਕਰਦੇ ਆ। ਸਭ ਤੋਂ ਪਹਿਲਾਂ ਉਸ ਨੂੰ ਡਰਾਈ ਕਰਦੇ ਆ, ਫਿਰ ਉਸ ਨੂੰ ਪ੍ਰੈਸ ਕਰਦੇ ਆ, ਫਿਰ ਉਸ ਨੂੰ ਕੀ ਹੈ, ਸ਼ੀਟ ਦੇ ਵਿੱਚ ਪ੍ਰੀਜ਼ਰਵ ਕਰਦੇ ਆ। ਇਹਨੂੰ ਆਪਾਂ ਹਾਈਬੇਰੀਅਮ ਬੋਲਦੇ ਹਾਂ। ਇੱਕ ਸਟੋਰ ਹਾਊਸ ਹੈ, ਜਿਵੇਂ ਆਪਣੇ ਲਾਇਬ੍ਰੇਰੀ ਇੱਕ ਸਟੋਰ ਹਾਊਸ ਹੈ, ਉਵੇਂ ਇੱਕ ਹਾਈਬੇਰੀਅਮ ਜਿਹੜਾ मतलब हरबेरीयम है वो एक स्टोर हाउस होंदा है। फर्दर दीज शीट्स आर अरेंज्ड। देखो इन पहली लाइन में पढ़ने की कोशिश करो। हरबेरीयम इट इज़ एन स्टोर हाउस ऑफ द कलेक्टेड प्लांट स्पीशीज विच इज़ ड्राइड, प्रेस्ड एंड मतलब प्रिजर्व्ड ऑन द शीट एंड फर्दर दीज शीट्स आर अरेंज्ड अकॉर्डिंग टू यूनिवर्सल एक्सेप्ट सिस्टम ऑफ क्लासिफिकेशन। ਹੁਣ ਜਿਵੇਂ ਪੂਰੇ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦਾ ਨੋਮਨਕਲੇਚਰ ਹੈ, ਉਵੇਂ ਪਿੱਛੇ ਆਪਾਂ ਨਾਮ ਪੜ੍ਹੇ ਨੇ। ਠੀਕ ਹੈ, ਪੂਰੇ ਸੰਸਾਰ ਦੇ ਵਿੱਚ ਵਰਡ ਨੋਮਨਕਲੇਚਰ ਹੁੰਦਾ। ਜਿਵੇਂ ਮੈਗਨੀਫੀਰਾ ਇੰਡੀਕਾ ਨੂੰ ਮੈਂਗੋ ਨੂੰ ਮੈਗਨੀਫੀਰਾ ਇੰਡੀਕਾ ਹੀ ਬੋਲਦੇ ਆ, ਤਾਂ ਉਸ ਨੂੰ ਮੈਗਨੀਫੀਰਾ ਇੰਡੀਕਾ ਦੇ ਵਿੱਚ ਹੀ ਆਪਾਂ ਰੱਖਾਂਗੇ। ਸੋ ਦੀਜ਼ ਜਿਹੜੇ ਸਪੈਸੀਮਨਸ ਹੁੰਦੇ, ਵਾਟ ਇਜ਼ ਸਪੈਸੀਮਨਸ ਬੱਚੇ, ਜਿਹੜੀ ਚੀਜ਼ ਆਪਾਂ ਰੱਖ ਰਹੇ ਉਹਨੂੰ ਆਪਾਂ ਸਪੈਸੀਮਨਸ ਬੋਲਾਂਗੇ। ਅਲੋਂਗ ਵਿਦ ਦੇਅਰ ਡਿਸਕ੍ਰਿਪਸ਼ਨ ਔਨ ਦਾ ਹਾਈਬੇਰੀਅਮ ਸ਼ੀਟ ਇਟ ਬਿਕਮ ਦ ਸਟੋਰ ਹਾਊਸ ਐਂਡ ਰਿਪੋਜ਼ਿਟਰੀ ਫॉर द फ्यूचर।
मतलब स्टोर हाउस बन जाता है जिन्होंने आप फ्यूचर के यूज़ कर सकते हैं, जिन्होंने बच्चे उसको स्टडी के लिए यूज़ कर सकते हैं। हरबेरियम शीट्स आर ऑल्सो कैरीड ए लैबल, ਉਹਦੇ ਉੱਤੇ ਲੈਬਲ ਲਗਾਇਆ ਜਾਂਦਾ ਜਿਹਦੇ ਵਿੱਚ ਇੱਕ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਹੈ, ਡੇਟ ਹੁੰਦੀ ਹੈ, ਪਲੇਸ ਆਫ ਕਲੈਕਸ਼ਨ ਹੁੰਦੀ ਹੈ ਅਤੇ ਲੋਕਲ ਅਤੇ ਬੋਟੈਨੀਕਲ ਨੇਮ ਅਤੇ ਫੈਮਿਲੀ ਅਤੇ ਕਲੈਕਟਰ ਨੇਮ ਹੁੰਦਾ ਹੈ। ਸੋ ਇਟ ਇਜ਼ ਆਲਸੋ ਪ੍ਰੀਜ਼ਰਵਡ ਫॉर ਰੈਫਰ ਯੂਜ਼ਡ ਇਨ ਦ ਟੈਕਸੋਨੋਮਿਕਲ ਸਟੱਡੀ। ਇਹਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਸਪੈਸੀਮਨ ਦਾ ਮਤਲਬ ਕੋਈ ਵੀ ਜਦੋਂ ਇਹ ਪਲਾਂਟ ਫੀਲਡ ਦੇ ਵਿੱਚ ਲੈ ਕੇ ਆਉਂਦੇ ਨੇ ਉਸਨੂੰ ਉਹ ਡਰਾਈ ਕਰਦੇ ਨੇ, ਪ੍ਰੈਸ ਕਰਦੇ ਨੇ, ਫਿਰ ਸ਼ੀਟਾਂ ਵਿੱਚ ਰੱਖਦੇ ਨੇ, ਉਹ ਸ਼ੀਟ ਦੇ ਉੱਤੇ ਟੈਗ ਲਗਾ ਦਿੰਦੇ ਨੇ। ਉਹ ਟੈਗ ਦੇ ਉੱਤੇ ਕੀ ਲਿਖਿਆ ਹੁੰਦਾ, ਉਹ ਟੈਗ ਦੇ ਉੱਤੇ ਲਿਖਿਆ ਹੁੰਦਾ ਗਾ ਇੱਕ ਤਾਂ ਉਹਦੀ ਕਲੈਕਸ਼ਨ ਲਿਖੀ ਹੁੰਦੀ ਕਿ ਕਿਸ ਟਾਈਮ ਦੇ ਵਿੱਚ ਇਸ ਨੂੰ ਚੱਕਿਆ ਗਿਆ, ਕਿਸ ਟਾਈਮ ਦੇ ਕਿਸ ਪਲੇਸ ਦੇ ਵਿੱਚ ਚੱਕਿਆ ਗਿਆ, ਕਿਸ ਤਰ੍ਹਾਂ ਦੀ ਸੋਇਲ ਸੀ, ਕਿਸ ਤਰ੍ਹਾਂ ਦਾ ਕਿਸ ਨੇ ਇਸ ਨੂੰ ਕਲੈਕਟ ਕੀਤਾ ਗਿਆ, ਇਸ ਤਰ੍ਹਾਂ ਦੇ ਉਹਦੇ ਟੈਗ ਲਗਾ ਦਿੰਦੇ। ਤਾਂ ਇਹ ਪ੍ਰੋਸੈਸ ਹੁੰਦਾ ਹਰਬੇਰੀਅਮ ਦਾ ਪ੍ਰੋਸੈਸ। ਉਸ ਤੋਂ ਬਾਅਦ ਆਉਂਦਾ ਬੋਟੈਨੀਕਲ ਗਾਰਡਨਸ ਕੀ ਹੁੰਦੇ ਨੇ। ਹੁਣ ਦੇਖੋ ਤੁਸੀਂ ਗਾਰਡਨ 'ਚ ਜਾਂਦੇ ਹੋ, ਉਹ ਇੱਕ ਤਰ੍ਹਾਂ ਦੇ ਬੋਟੈਨੀਕਲ ਗਾਰਡਨ ਹੀ ਹੈ ਨਾ। ਸੋ ਬੋਟੈਨੀਕਲ ਗਾਰਡਨਸ ਕੀ ਹੁੰਦੇ ਨੇ, ਠੀਕ ਹੈ। ਗਾਰਡਨ ਕੀ ਹੁੰਦੇ ਨੇ, ਇਟ ਇਜ਼ ਅ ਸਪੈਸ਼ਲਾਈਜ਼ਡ ਗਾਰਡਨ ਵਿਚ ਹੈ। ਬੋਟੈਨੀਕਲ ਗਾਰਡਨ ਜਿਵੇਂ ਨਾ ਯੂਨੀਵਰਸਿਟੀ 'ਚ ਬਣਿਆ ਹੋਇਆ, ਪੰਜਾਬੀ ਯੂਨੀਵਰਸਿਟੀ 'ਚ ਕਹਿੰਦੇ ਬੋਟੈਨੀਕਲ ਗਾਰਡਨ ਕੀ ਹੁੰਦੇ ਨੇ, ਕਹਿੰਦੇ ਇਹਦੇ ਵਿੱਚ ਕੀ ਹੈਗਾ, ਇਟ ਇਜ਼ ਅ ਸਪੈਸ਼ਲਾਈਜ਼ਡ ਗਾਰਡਨ ਵਿਚ ਹੈਵ ਕਲੈਕਸ਼ਨ ਆਫ ਲਿਵਿੰਗ ਪਲਾਂਟਸ ਫॉर ਰੈਫਰੈਂਸ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕੋਈ ਵੀ ਬੱਚੇ ਆ, ਹੁਣ ਜਿਵੇਂ ਬੱਚਿਆਂ ਨੇ ਸਟੱਡੀ ਕਰਨੀ ਹੁੰਦੀ ਹੈ ਨਾ, ਹਾਇਰ ਕਲਾਸਿਸ ਦੇ ਵਿੱਚ ਕੀ ਕਰਦੇ ਆ ਬੱਚੇ, ਬਾਹਰ ਜਾ ਕੇ ਫੀਲਡ ਦੇ ਵਿੱਚ ਜਾ ਕੇ ਸਟੱਡੀ ਕਰਦੇ ਆ, ਤਾਂ ਉਹਦੇ ਲਈ ਬੋਟੈਨੀਕਲ ਗਾਰਡਨਸ ਬਣਾਏ ਗਏ ਨੇ ਹੁੰਦੇ। ਉਹ ਬੋਟੈਨੀਕਲ ਗਾਰਡਨ ਦੇ ਵਿੱਚ ਕੀ ਹਰ ਤਰ੍ਹਾਂ ਦੇ ਫੁੱਲ, ਹਰ ਤਰ੍ਹਾਂ ਦੇ ਪੇੜ, ਹਰ ਤਰ੍ਹਾਂ ਦੇ ਸਾਰਾ ਕੁਝ ਪਾਇਆ ਜਾਂਦਾ ਹੈ, ਠੀਕ ਹੈ। ਹੁਣ ਜਿਵੇਂ ਕਹਿੰਦੇ the plant species in these gardens are grow for identification purposes and each plant is labeled indicating its botanical and scientific name। ਉਸਨੂੰ ਸਾਇੰਟੀਫਿਕ ਨੇਮ ਦੇ ਨਾਲ ਉਸਨੂੰ ਕੀ ਕੀਤਾ ਜਾਂਦਾ, ਲੈਬਲ ਕੀਤਾ ਜਾਂਦਾ, ਉਹਦੀ ਇੱਕ ਪਰਟੀਕੂਲਰ ਫੈਮਿਲੀ ਲੈਬਲ ਕੀਤਾ ਜਾਂਦਾ। ਫੇਮਸ ਬੋਟੈਨੀਕਲ ਗਾਰਡਨ ਆਰ ਐਟ ਦੀ ਕਿਊ ਇੰਗਲੈਂਡ ਦੇ ਵਿੱਚ ਸਭ ਤੋਂ ਜਿਹੜਾ ਫੇਮਸ ਬੋਟੈਨੀਕਲ ਗਾਰਡਨ ਕੀ ਕਿਊ ਹੈ, ਜੋ ਕਿ ਵਿਚ ਇਜ਼ ਪ੍ਰੈਜ਼ੈਂਟ ਇਨ ਇੰਗਲੈਂਡ। ਇੰਡੀਅਨ ਬੋਟੈਨੀਕਲ ਗਾਰਡਨ ਦੈਟ ਇਜ਼ ਹੌਰ ਇੰਡੀਆ ਐਟ ਦ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਚਿਊਟ ਲਖਨਊ ਦੇ ਵਿੱਚ ਪ੍ਰੈਜ਼ੈਂਟ ਹੈ। ਤਾਂ ਬੇਸਿਕਲੀ ਇਹ ਤੁਹਾਨੂੰ MCQs ਦੇ ਵਿੱਚ ਵੀ ਆ ਜਾਂਦਾ ਕਿ ਫੇਮਸ ਬੋਟੈਨੀਕਲ ਗਾਰਡਨ ਦੱਸੋ, ਠੀਕ ਹੈ, ਕਿਹਦੇ ਵਿੱਚ, ਇੰਗਲੈਂਡ ਦੇ ਵਿੱਚ, ਕਿਉਂ ਇੰਗਲੈਂਡ ਦੇ ਵਿੱਚ, ਇੰਡੀਆ ਦੇ ਵਿੱਚ ਹੋਰ, ਠੀਕ ਹੈ। ਸੋ ਇਹ ਕੰਸੈਪਟ ਹੈ ਤੁਹਾਡਾ ਬੋਟੈਨੀਕਲ। ਨੈਕਸਟ ਆ ਜਾਂਦਾ ਤੁਹਾਡੇ ਪਾਸ ਮਿਊਜ਼ੀਅਮ। ਹੁਣ ਬੱਚੇ ਤੁਸੀਂ ਮਿਊਜ਼ੀਅਮ ਕਦੇ ਤਾਂ ਜ਼ਿੰਦਗੀ ਦੇ ਵਿੱਚ ਮਿਊਜ਼ੀਅਮ ਦੇਖਿਆ ਹੋਣਾ, ਤੁਸੀਂ ਸਾਇੰਸ ਸਿਟੀ ਜਾਂਦੇ ਹੋ, ਤੁਸੀਂ ਗਏ ਹੋਵੋਗੇ। ਸਾਇੰਸ ਸਿਟੀ ਇੱਕ ਮਿਊਜ਼ੀਅਮ ਹੀ ਹੈ ਤਾਂ, ਠੀਕ ਹੈ। ਜਦੋਂ ਤੁਸੀਂ ਸਾਇੰਸ ਸਿਟੀ ਦੇ ਵਿੱਚ ਐਂਟਰ ਕਰ ਜਾਂਦੇ ਹੋ, ਉੱਥੇ ਤੁਸੀਂ ਦੇਖਦੇ ਹੋ ਅਲੱਗ-ਅਲੱਗ ਚੀਜ਼ਾਂ ਦੇਖਦੇ ਹੋ, ਸਾਰੀਆਂ ਪੁਰਾਣੀਆਂ ਚੀਜ਼ਾਂ ਦੇਖਦੇ ਹੋ, ਜਿੱਥੇ ਕਿ ਤੁਹਾਨੂੰ ਪਤਾ ਚੱਲਦਾ ਕਿ ਹਾਂ ਐਵੇਂ ਰਿਸਰਚ ਹੋਈ ਸੀ, ਤੁਹਾਨੂੰ ਸਾਰੀ ਇਨਫੋਰਮੇਸ਼ਨ ਪਤਾ ਚੱਲਦੀ ਹੈ। ਉਹ ਇੱਕ ਤਰ੍ਹਾਂ ਦਾ ਮਿਊਜ਼ੀਅਮ ਹੀ ਹੈ। ਤਾਂ ਬੱਚੇ ਇਸੇ ਤਰ੍ਹਾਂ ਇਹ ਵੀ ਇੱਕ ਮਿਊਜ਼ੀਅਮ ਹੈ। ਮਿਊਜ਼ੀਅਮ ਦੇ ਵਿੱਚ ਕੀ ਹੁੰਦਾ ਹੈਗਾ ਕਿ ਡਿਫਰੈਂਟ ਸਟੈਚੂ ਰੱਖੇ ਆਉਂਦੇ ਨੇ, ਐਨੀਮਲਸ ਦੇ ਸਟੈਚੂ ਰੱਖੇ ਆਉਂਦੇ ਨੇ ਵਿਚ ਇਜ਼ ਹੈਲਪ ਟੂ ਸਟੱਡੀ ਦ ਐਨੀਮਲਸ, ਜਿਹੜੇ ਕਿ ਬੱਚੇ ਨੂੰ ਹੈਲਪ ਕਰਦੇ। ਸੋ ਮਿਊਜ਼ੀਅਮ ਕੀ ਹੁੰਦੇ, ਦੇ ਹੈਵ ਕਲੈਕਸ਼ਨ ਆਫ ਪ੍ਰੀਜ਼ਰਵਡ ਪਲਾਂਟ, ਪ੍ਰੀਜ਼ਰਵ ਕਰਦੇ ਹੋਏ ਪਲਾਂਟ ਐਂਡ ਐਨੀਮਲ ਸਪੈਸੀਮਨ ਫॉर द ਸਟੱਡੀ ਐਂਡ ਰੈਫਰੈਂਸ, ਠੀਕ ਹੈ। ਸੋ ਸਪੈਸੀਮਨਸ ਆਰ ਪ੍ਰੀਜ਼ਰਵਡ ਇਨ ਦ ਕੰਟੇਨਰਸ ਔਰ ਜਾਰਸ ਦੇ ਵਿੱਚ ਪ੍ਰੀਜ਼ਰਵ ਕੀਤੇ ਜਾਂਦੇ ਨੇ ਵਿਦ ਦ ਪ੍ਰੀਜ਼ਰਵੇਟਿਵ ਸੋਲਿਊਸ਼ਨ। ਹੁਣ ਤੁਸੀਂ ਜਦੋਂ ਬੱਚੇ ਵੱਡੇ ਹੋ ਜਾਓਗੇ ਨਾ, ਉਦੋਂ ਤੁਸੀਂ ਜਦੋਂ BSc ਦੇ ਵਿੱਚ ਐਂਟਰ ਕਰਗੇ ਨਾ, ਤਾਂ ਤੁਹਾਨੂੰ ਇਹਦੇ ਬਾਰੇ ਪਤਾ ਚੱਲੇਗਾ ਕਿ ਇੱਕ ਜਾਰ ਹੁੰਦੇ ਨੇ ਇਸ ਤਰ੍ਹਾਂ ਦਾ ਨਾ, ਇੱਕ ਬੀਕਰ ਟਾਈਪ ਹੁੰਦਾ ਜਾਰ, ਇਹਨੂੰ ਜਾਰ ਬੋਲ ਦਿੰਦੇ ਨੇ। ਇਹਨਾਂ ਦੇ ਵਿੱਚ ਕੀ ਹੁੰਦਾ, ਲਿਕੁਇਡ ਪਾਇਆ ਜਾਂਦਾ ਹੈ, ਸੋਲਿਊਸ਼ਨ ਪਾਇਆ ਜਾਂਦਾ ਕੋਈ ਵੀ, ਉਹਦੇ ਵਿੱਚ ਐਨੀਮਲਸ ਰੱਖੇ ਗਏ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਐਨੀਮਲਸ, ਠੀਕ ਹੈ, ਜਿਵੇਂ ਸੱਪ ਹੋ ਗਏ, ਠੀਕ ਹੈ, ਜਿਵੇਂ ਫਿਸ਼ਿਜ਼ ਹੋ ਗਈਆਂ, ਇਸ ਤਰ੍ਹਾਂ ਦੇ ਐਨੀਮਲਸ ਪਾਏ ਜਾਂਦੇ ਨੇ। ਤੁਸੀਂ ਅੱਗੇ ਜਾ ਕੇ ਹਾਇਰ ਕਲਾਸਿਸ 'ਚ ਦੇਖ ਲਓਗੇ। So the plant and animal specimens may also be preserved as a dry specimens। ਕਿਸੇ ਤਰ੍ਹਾਂ ਨੂੰ ਆਪਾਂ ਡਰਾਈ ਮਤਲਬ ਸੁੱਕੇ ਹੋਏ ਸਪੈਸੀਮਨਸ ਵੀ ਪ੍ਰੀਜ਼ਰਵ ਕਰ ਸਕਦੇ ਹਾਂ। ਇਨਸੈਕਟ ਆਰ ਪ੍ਰੈਜ਼ੈਂਟ ਇਨ ਪ੍ਰੀਜ਼ਰਵਡ ਇਨ ਦ ਇਨਸੈਕਟ ਬਾਕਸਿਸ, ਠੀਕ ਹੈ, ਆਫਟਰ ਕਲੈਕਟਿੰਗ, ਕਿਲਿੰਗ ਐਂਡ ਪਿਨਿੰਗ। ਬੱਚੇ ਇਹ ਜਿਹੜੇ ਹੁੰਦੇ ਨੇ ਨਾ, ਜਦੋਂ ਇਨਸੈਕਟ ਨੂੰ ਪ੍ਰੀਜ਼ਰਵ ਕਰਦੇ ਆਪਾਂ ਕਲੈਕਸ਼ਨ, ਇਨਸੈਕਟ ਜਿਹੜੇ ਹੁੰਦੇ ਨੇ, ਇਨਸੈਕਟ ਕੀ ਹੁੰਦੇ ਨੇ, ਆਹੀ ਭਮੱਕੜ ਟਾਈਪ, ਠੀਕ ਹੈ, ਜਿਹੜੇ ਆ ਤੁਰੇ ਫਿਰਦੇ ਹੁੰਦੇ ਨੇ ਭਮੱਕੜ ਜੇ, ਠੀਕ ਹੈ, ਜਿਸ ਨੂੰ ਤੁਸੀਂ ਬੋਲਦੇ ਹੋ, ਠੀਕ ਹੈ। ਇਹ ਸਾਰੇ ਇਨਸੈਕਟ ਹੈ, ਜਿਵੇਂ ਇਹ ਸਾਰੇ ਕੀ ਹੁੰਦੇ ਨੇ, ਇਨਸੈਕਟ ਹੁੰਦੇ ਨੇ। ਤਾਂ ਇਸ ਨੂੰ ਕੀ ਕਰਦੇ, ਇਸ ਨੂੰ ਵੀ ਆਪਾਂ ਕਲੈਕਟ ਕਰਦੇ ਹਾਂ। ਸਭ ਤੋਂ ਪਹਿਲਾਂ ਕਲੈਕਟ ਕਰਦੇ ਹਾਂ, ਫਿਰ ਇਸ ਨੂੰ ਸੋਲਿਊਸ਼ਨ ਨਾਲ ਮਾਰ ਦਿੰਦੇ ਹਾਂ, ਸੋਲਿਊਸ਼ਨ ਨਾਲ ਮਾਰ ਕੇ ਫਿਰ ਇਸ ਨੂੰ ਆਪਾਂ ਪਿਨਿੰਗ ਕਰਕੇ ਪ੍ਰੀਜ਼ਰਵ ਕਰ ਦਿੰਦੇ ਹਾਂ। ਫਿਰ ਇਹਦੇ ਵਿੱਚ ਨਾ ਉਹ ਫਿਨਾਈਲ ਦੀ ਗੋਲੀਆਂ ਵੀ ਰੱਖੀ ਜਾਂਦੀਆਂ। So larger animals like birds and mammals are usually suffered and preserved, and museums are often a collection of skeleton also। ਮਿਊਜ਼ੀਅਮ ਦੇ ਵਿੱਚ ਸਕੈਲਟਨ ਵੀ ਹੁੰਦਾ। ਹੁਣ ਤੁਸੀਂ ਮਿਊਜ਼ੀਅਮ ਗਏ ਹੋ, ਸਾਇੰਸ ਸਿਟੀ ਗਏ ਹੋ ਨਾ ਜਲੰਧਰ ਦੀ, ਉੱਥੇ ਕੀ ਹੈ, ਤੁਸੀਂ ਡਾਇਨਾਸੌਰ ਦਾ ਸਭ ਤੋਂ ਪਹਿਲਾਂ ਹੀ ਸਟੈਚੂ ਦੇਖਦੇ ਹੋ, ਹੈ ਨਾ। ਤੁਸੀਂ ਕਈਆਂ ਦੇ ਤਾਂ ਤੁਸੀਂ ਉਹ ਵੀ ਦੇਖਦੇ ਹੋ, ਸਕੈਲਟਨਸ ਵੀ ਦੇਖਦੇ ਹੋ।
तो बेसिकली दिस इज़ अ म्यूजियम। क्लीयर है मेरे हिसाब ਨਾਲ ਤੁਹਾਨੂੰ ਇਹ ਚੀਜ਼ਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਨੋਰਮਲੀ ਹੋਈਆਂ ਵੀ ਨੇ। ਯੂ ਕੈਨ ਰਾਈਟ, ਯੂ ਕੈਨ ਤੁਹਾਡਾ ਆਪਣਾ ਸੈਂਸ ਆਫ ਹਿਊਮਰ ਤੁਸੀਂ ਯੂਜ਼ ਕਰ ਸਕਦੇ ਹੋ। ਉਸ ਤੋਂ ਨੈਕਸਟ ਆ ਜਾਂਦਾ ਆਪਣੇ ਪਾਸ ਜੂਲੋਜੀਕਲ ਪਾਰਕਸ। ਜੂਲੋਜੀਕਲ ਪਾਰਕਸ ਕੀ ਹੁੰਦੇ ਨੇ ਬੇਸਿਕਲੀ, ਕਹਿੰਦੇ ਥੀਸ ਆਰ ਦ ਪਲੇਸਿਸ। ਹੁਣ ਦੇਖੋ ਯਾਰ ਤੁਸੀਂ ਜੂਲੋਜੀਕਲ ਪਾਰਕਸ ਤੁਸੀਂ ਚੰਡੀਗੜ੍ਹ ਦੇ ਛੱਤਬੀੜ ਦੇਖੀ ਹੋਣੀ ਆ, ਹੈ ਨਾ, ਤੁਸੀਂ ਜਾਣਦੇ ਹੋ ਨਾ ਉੱਥੇ। ਤਾਂ ਹੁਣ ਤੁਸੀਂ ਉੱਥੇ ਕੀ ਦੇਖਿਆ, ਤੁਸੀਂ ਉੱਥੇ ਅਲੱਗ-ਅਲੱਗ ਕੀ ਜਾਨਵਰ ਦੇਖੇ, ठीक है। उत्थे तुसीं अलग अलग जानवर देखे, काहदे लई देखे, क्यों देखे, फॉर योर स्टडी। तुहानूं पता चले कि इस जानवर नूं तुसीं इस तरह बोलदे हो, इस जानवर का नाम इस तरह का जानवर है, तो एक तरह तुहाडा जूलॉजिकल पार्क हो गया ना। तो बेसिकली यही कंसैप्ट है, दीज आर द प्लेसिस वेयर द वाइल्ड एनिमल्स आर कैप्ट इन द प्रोटेक्टेड इन्वायरमेंट। जिथे जिहड़े जंगली एनीमल्स होंदे ने उसनूं आपां प्रोटेक्टेड इन्वायरमेंट दे विच प्रोटेक्ट कर सकते हैं अंडर द ह्यूमन केयर, ठीक है। एंड विच इज़ अनेबल अस टू लर्न अबाउट देयर फूड हैबिटेट एंड बिहेवियर। मैनूं दसो इहदे विच कुछ इहो जिहा औखा पॉइंट होवे जिहड़ा तुहानूं अंडरस्टैंड ना होया होवे। सब कुछ ईजी है कि उहदे विच देखो तुसीं छत्तबीड़ जांदे हो, उत्थे ना की है, उत्थे हर एक तरह के एनीमल्स पए ने, उत्थे फिर उन्हां एनीमल्स नूं केयर भी लोग करदे ने ना, लोग उन्हां नूं फूड दिंदे ने, स्पैशल रखे हुए हुंदे ने। So all the animals in the zoo are provided as far as possible the condition similar to all the natural habitat। so उसी तरह की कंडीशन उन्होंने प्रोवाइड की जाती है, ठीक है। तो जोड़े बच्चे होंगे ने उसनूं विजिट करने लिए भेजा जाता है, वो होंगे ने जूलॉजिकल पार्क्स। क्लीयर है, तुहानूं क्वेश्चन ये आ सकता है कि राइट अबाउट द जूलॉजिकल पार्क्स, राइट अबाउट द म्यूजियम, राइट अबाउट दिस, ठीक है। सो यू हैव टू टेक केयर ऑफ इट। हुण उस तो बाद बच्चे नैक्सट आ जाता है। हुण मेरी गल सुनो बच्चे, एक हुंदा की है, मतलब की हुंदा है अपने पास, तुसीं पंजाबी च कहंदे हो चाबी। मैं जी तुहानूं पंजाबी दे विच चाबी दी एग्जाम्पल ही देवां कि तुसीं एक लॉक हुंदा है ना, तुसीं लॉक हुंदा ते उहदे विच डिफरेंट तरह दी कीज़ प्रेजेंट हुंदियां। हुण एक की एक ही लॉक नूं खोलेगी, सारी कीज़ एक लॉक नूं थोड़ी ना खोलेगी, एक पर्टिकुलर की एक ही लॉक नूं खोलेगी, समझ गए। हुण इसी तरह कंसैप्ट हुंदा बच्चे कि जदों तुसीं कोई जिवें लाइब्रेरी दे विच जांदे हो, उत्थे एक रजिस्टर पिया हुंदा, उत्थे 4-5 रजिस्टर हुंदे ने, ठीक है। बड़ी सारी लाइब्रेरी दे विच बहुत कुछ हुंदा, रिकॉर्ड बहुत हुंदा ना। तो तुसीं कहोगे कि जी मैंने इस डिपार्टमेंट दे विच इस बुक लेनी है, मैं आह वाली बुक लेनी है, इस राइटर दी बुक लेनी है। सब तो पहले तुसीं जाओगे, तुसीं कहोगे उसनूं कहोगे कि मैम कि मैंने अपने ये वाली सबजैक्ट बायोलॉजी की बुक लेनी है, तो राइटर अपने पास ये है, क्लास मेरे पास ये है, तो मेरा डिपार्टमेंट आह, ठीक है, मेरा डिपार्टमेंट मैडिकल है। तो वो की करेगा, सब तो पहले मैडिकल का रजिस्टर चकेगा, मैडिकल के रजिस्टर चक के फिर वो की देखेगा, वो देखेगा कि किहड़ी अलमारी किहड़ा सैक्शन मैडिकल के रजिस्टर नूं तुहानूं वो सैक्शन दसेगा, फिर तुहानूं अलमारी दसेगा, फिर तुहानूं दसेगा कि किस अलमारी दे विच किहड़े राइटर की बुक आ, समझ गए। तो वो जिहड़ा रजिस्टर है वो तुहाडे लई की बन गया, की बन गया। इसी तरह बच्चे यही एग्जाम्पल है, जदों तुसीं कहंदे कोई भी स्टडी करदे हो, जदों तुसीं कहंदे कोई स्टडी करदे हो, किसी भी प्लांट की, किसी भी एनीमल्स की स्टडी करदे हो, तो तुहाडे पास की बनियां हुंदियां ने, ठीक है। एक कार्डबोर्ड हुंदा है, कार्डबोर्ड दे उत्ते ने एक स्पैशल नाम लिखिया हुंदा गा, ठीक है, नाम ऑफ द प्लांट कि किहड़े प्लांट पौधे का नाम लिखिया हुंदा है, पौधे का साइंटिफिक नेम लिखिया हुंदा है, उसनूं कदों कलैक्ट किया गया, उसका टाइम की है, उसका प्लेस की सी, वो सारा एक कार्ड बने हुंदे ने। उहनूं तुसीं बोलदे हो कि वो जिहड़ा कार्ड है वो तुहाडे लई हैल्प करदा कि तुसीं उसनूं आइडेंटिफाई कर सको कोई भी प्लांट नूं, ठीक है। हुण देखो द की इट इज़ अनदर टैक्सोनॉमिकल एड, ये भी एक टैक्सोनॉमिकल एड है विच इज़ यूज्ड फॉर आइडेंटिफिकेशन ऑफ प्लांट एंड एनीमल्स, ठीक है। सो बेस्ड ऑन द सिमिलैरिटीज़ एंड डिसिमिलैरिटी। हुण देखो कुछ हुण जिवें कैट है, कैट नूं तुसीं ईजीली आइडेंटिफाई करोगे क्योंकि अनदर कैट दी सिमिलैरिटीज़ हैगियां। कैट नूं तुसीं डॉग दे नाल आइडेंटिफाई करोगे क्योंकि डॉग अलग है तो कैट अलग है, तो डिसिमिलैरिटी। द कीज़ आर बेस्ड ऑन द कॉन्ट्रास्टिंग करैक्टर जनरली इन द प्योर ऑफ कपलेट। मतलब जिहड़ी कीज़ हुंदी है, कीज़ जिहड़ी हुंदी है कपलेट दे बेसिस, कपलेट हुंदे बच्चे करैक्टर, कपलेट नूं करैक्टर ही कहा गया। सो इट रिप्रजेंट द चॉइस मेड बिटवीन टू ऑपोजिट ऑप्शन, सो रिजल्ट इन दिस। सो ईच स्टेटमेंट इन द की इज़ कॉल्ड लीड। तो जिहड़ी स्टेटमेंट देखो बच्चे सीधी जी गल है, एक जो तुसीं एक ले लो पेज, ठीक है, ਜਦੋਂ ਤੁਸੀਂ ਕੀ ਬਾਰੇ ਪੜ੍ਹਦੇ ਹੋ तो ਤੁਸੀਂ एक कार्ड ले लिया है ना, वो कार्ड ਤੁਹਾਡੇ ਕੀ बन गया कपलेट, ठीक है। ਉਹਦੇ ਵਿੱਚ ਜਿਹੜਾ चीज़ लिखी होगी, टाइम लिखा होगा, प्लेस जो भी कुछ लिखा वो ਤੁਹਾਡਾ ਕੀ बन जूगा लीड,
समझ गए। सो द सैपरेट टैक्सोनॉमिकल कीज़ आर रिक्वायर्ड फॉर ईच द टैक्सोनॉमिकल कैटेगरीज। फैमिली के लिए अलग होएगा बच्चे, जीनस और स्पीशीज़ फॉर आइडेंटिफिकेशन पर्पजेस। द कीज़ आर जनरली एनालिटिकल इन नेचर। तो बच्चे बेसिकली तुसीं ये याद रखो ये क्यों चीज़ां ने, एक तां चीज़ां ने ताकि तुहानूं जानवर बारे पता चली जाए, ताकि तुहानूं सारी नॉलेज पता चले। नॉलेज इस तरह होंदी है, अगर म्यूजियम्स होणगे तां तुहानूं पता चलेगा ना स्टडी ਲਈ, अगर बोटैनिकल गार्डन होगे तां तुहानूं पौदिਆਂ बारे पता चलेगा, तुहानूं एनीमल्स बारे पता चलेगा। अगर की होएगी तां तुहानूं पता चलेगा कि हर एक एनीमल का की करैक्टर है, ठीक है। ये जरूरी ने। हुण जिहड़ा एक हुंदा फ्लोरा, जिथे वर्ड बच्चे फ्लोरा आ जाए इहदा मतलब की हुंदा, आपां किहदे बारे गल कर रहे हैं, फ्लावर दे। जिथे वर्ड अपने पास फौना आ जाए उहदा मतलब आपां किहदे बारे गल करांगे, एनीमल्स बारे। Manuals, monograph, catalogs are some other means of recording descriptions. So they are also help in collect the identification. Flora contain the actual account of habit and distribution of a plant. ये actual habit दसदा किहड़ी स्पेस ਲਈ है, कित्थों distribution ਕੀਤੀ ਗਈ है। So they provide the index of plant species found in the particular area. The manuals are also useful in providing the information, ठीक है, for identification of names found in the area, ठीक है। So simple है की है। तो हुण ये गल है, ये समरी है, तुसीं खुद अपने उहदे ते करनी है, क्योंकि जिहड़ी चीज़ पढ़ चुके आपां वो सारा रिपीट है। तो हुण आई थिंक तुहानूं सारिआं नूं ये चैप्टर क्लीयर हो गया। अज तुहाडा ये चैप्टर फिनिश हो चुका है, ठीक है। तो सब तो पहला आपां ने की कीता सीगा, फस्ट लिविंग, वॉट इज़ लिविंग, तुसीं लिखना वॉट इज़ लिविंग एंड वॉट आर द करैक्टरिस्टिक्स ऑफ लिविंग। ਇਹਦੇ ਵਿੱਚ आ जाता वॉट इज़ लिविंग एंड वॉट आर द करैक्टरिस्टिक्स ऑफ लिविंग, ठीक है। लिविंग भी है, करैक्टरिस्टिक्स भी ये अंदर ही है, समझ के। ये पेपर दे विच आ सकता है। उस तो बाद तुहाडा ये सारे बच्चे करैक्टरिस्टिक्स दी है, ठीक है। उस तो बाद अगला तुहानूं क्वेश्चन ये विच आ सकता है, वॉट इज़ बायोडाइवर्सिटी, वॉट इज़ स्पीशीज़, वॉट इज़ टैक्सोनॉमी, वॉट इज़ सिस्टमैटिक, समझ के। ये जिहड़े क्वेश्चन मैं दसी जानी है ये तो पक्का रट लो, समझ गए। तो ये क्वेश्चन इन्हां चों भी मैं पा सकती। वॉट इज़ सिस्टमैटिक, वट इज़ बायोडाइवर्सिटी, तो वॉट इज़ स्पीशीज़, तो वॉट इज़ टैक्सोनॉमी। उस तो बाद नैक्सट अपने पास डाइवर्सिटी, ये गल्लां जी ने ये भी पढ़ने बच्चे। तो सब तो मोस्ट इंपॉर्टेंट है बायनोमियल नोमेनक्लेचर। वॉट इज़ बायनोमियल नोमेनक्लेचर, द बेस्ट ते मोस्ट इंपॉर्टेंट क्वेश्चन है, ये 3 नंबर का क्वेश्चन आ सकता है। सो तुसीं ये पक्का करना है। उस तो बाद नैक्सट आ जाता तुहाडे पास वॉट इज़ टैक्सा। तुसीं इसके बाद लिखना है वॉट इज़ टैक्सा, वॉट इज़ क्लासीफिकेशन, समझ गए। वट इज़ टैक्सोनॉमी, आ चीज़ों वाल ज़्यादा ध्यान देना अपना। उस तो बाद तुहाडे पास क्वेश्चन आ जाता है वट इज़ सिस्टमैटिक, आ मैं तुहानूं करवाई दिता। तो तुहानूं ये सारी चीज़ां पता होनी चाहिए। वट इज़ टैक्सोनॉमिकल कैटेगरी, ये बहुत इंपॉर्टेंट है, इसनूं रट लो की पता है 5 नंबरों के विच आवे, समझ गए। तो टैक्सोनॉमिकल कैटेगरीज की होंदी है, टैक्सोनॉमिकल हायरार्की होंदी है, टैक्सोन की होंदा, ठीक है। ये सारी चीज़ां तुसीं क्लीयर रखना। तो ये 5 नंबरों के विच भी आ सकता है। ये अगर तुसीं 5 नंबरों के विच लिखना है तो तुसीं की लिखना है टैक्सोनॉमिकल कैटेगरीज की होंदी है, आ सारी चीज़ में एक्सप्लेन करोगे। उस तो बाद तुसीं स्पीशीज़ में भी एक्सप्लेन करना है, जीनस में एक्सप्लेन करोगे, फैमिली में, ये सारी चीज़, ये सारा क्वेश्चन 5 नंबरों का इत्थों तक खत्म है बच्चे, इत्थों तक 5 नंबरों का क्वेश्चन खत्म हो जाता तुहाडा, ठीक है। तो उस तो बाद इंपॉर्टेंट चीज़ां इस सारियां आनी चाहिए। उस तो बाद कई बार तुहानूं मैं अलग क्वेश्चन भी पूछ सकती हूँ, तुहानूं मैं पूछ सकती हूँ स्पीशीज़ की होंदा, तुहानूं पूछ सकती हूँ जीनस की होंदा, तुहानूं पूछ सकती है फैमिली की होंदी है, अलग भी पूछ सकती हैं, समझ गए। उस तो बाद टैक्सोनॉमिकल इड बच्चे, ये की होंदा, ये तुहानूं मैं 5 नंबर का क्वेश्चन ये भी इकट्ठा पा सकती है। सो तुसीं अपना ध्यान रखियो। ये मैं कल्ला भी पा सकती हूँ। हरबेरियम बारे लिखो, बोटैनिकल गार्डन बारे लिखो, जोलॉजिकल गार्डन बारे लिखो, म्यूजियम बारे लिखो, तो की बारे लिखो। तो ये तुहाडा चैप्टर नंबर 1 अज अपना कंप्लीट हो चुका है, ठीक है। इस तो बाद आप देखते हैं कि चैप्टर शुरू करिए, ठीक है। इस तो बाद चलो ठीक है, अज अपना फर्स्ट चैप्टर कंप्लीट हो गया। सो थैंक यू सो मच। अगर किसी बच्चे ने कुछ भी पूछना है तो मैनू इनफॉर्म कर दो।